संतां के कारज आप खलोया, संतां के कारज हर कम करावण आया राम। श्री वाहिगुरु जी का खालसा, श्री वाहिगुरु जी की फतेह। सब रोग मिटावे नवां नरोआ, नानक रखा आपे होआ। ਰੂਮੀ ਕਈਆਂ ਪਿੰਡਾਂ ਨੂੰ ਆਉਣ ਦੇ ਰਸਤੇ ਵਿੱਚ ਪੈਂਦਾ ਹੋਣ ਕਰਕੇ ਆਮ ਲੋਕ ਬਾਬਾ ਜੀ ਦੇ ਆਸਣ ਕੋਲੋਂ ਦੀ ਹੀ ਲੰਘਦੇ ਸਨ। ਕਿਸੇ ਉੱਪਰ ਜੇ ਕਿਰਪਾ ਕਰਨੀ ਹੁੰਦੀ, ਉਸ ਦਾ ਮਨ ਆਪ ਹੀ ਦਰਸ਼ਨ ਕਰਨ ਲਈ ਪ੍ਰੇਰਿਆ ਜਾਂਦਾ। ਉਂਝ ਤੇ ਸਾਰਾ ਸੰਸਾਰ ਹੀ ਦੁਖੀ ਹੈ, ਕੋਈ ਧਨ ਵੱਲੋਂ, ਕੋਈ ਔਲਾਦ ਵੱਲੋਂ, ਕੋਈ ਰੋਗ ਨਾਲ। ਤਾਂ ਹੀ ਗੁਰੂ ਨਾਨਕ ਦੇਵ ਜੀ ਨੇ ਫਰਮਾਇਆ ਹੈ, ਨਾਨਕ ਦੁਖੀਆ ਸਭ ਸੰਸਾਰ। ਇਸੇ ਤਰ੍ਹਾਂ ਇੱਕ ਪ੍ਰੇਮੀ ਜੋ ਸਰੀਰਕ ਤੌਰ 'ਤੇ ਦੁਖੀ ਸੀ, ਬਾਬਾ ਜੀ ਦੀ ਸੋਹਰਤ ਸੁਣ ਕੇ ਰੂਮੀ ਆ ਗਿਆ। ਬਾਬਾ ਜੀ ਦੇ ਆਸਣ ਕੋਲ ਪਹੁੰਚ ਕੇ ਨਮਸਕਾਰ ਕੀਤੀ। ਬਾਬਾ ਜੀ ਨੇ ਹੱਥ ਦੇ ਇਸ਼ਾਰੇ ਨਾਲ ਬੈਠਣ ਲਈ ਕਿਹਾ। ਪਹਿਲਾਂ ਵਾਂਗ ਹੀ ਬਾਬਾ ਜੀ ਨੇ ਉਸ ਦੇ ਨਾਮ, ਪਿੰਡ ਤੇ ਗੋਤ ਆਦਿ ਬਾਰੇ ਪੁੱਛਿਆ। ਉਸ ਪ੍ਰੇਮੀ ਨੇ ਉੱਤਰ ਵਿੱਚ ਸਭ ਕੁਝ ਦੱਸ ਦਿੱਤਾ ਤੇ ਫਿਰ ਆਪਣੀ ਗੱਲ ਕਰਨ ਲੱਗਾ, ਜਿਸ ਦੇ ਲਈ ਉਹ ਬਾਬਾ ਜੀ ਕੋਲ ਆਇਆ ਸੀ। ਕਹਿਣ ਲੱਗਾ, ਪਾਤਸ਼ਾਹ, ਹਰ ਸਾਲ ਮੇਰੇ ਸੱਪ ਲੜ ਜਾਂਦਾ ਹੈ, ਕੋਈ ਕਿਰਪਾ ਕਰੋ, ਇਸ ਤੋਂ ਮੇਰਾ ਬਚਾਅ ਹੋ ਜਾਵੇ। ਬਾਬਾ ਜੀ ਨੇ ਪੁੱਛਿਆ, ਇਸ ਦੇ ਲੜਨ ਦਾ ਕੀ ਕਾਰਨ ਹੈ? ਇਹ ਪ੍ਰਸ਼ਨ ਸੁਣ ਕੇ ਉਸ ਗੁਰਸਿੱਖ ਨੇ ਆਪਣੀ ਪਿਛਲੀ ਹੱਡਬੀਤੀ ਹਕੀਕਤ ਸ਼ੁਰੂ ਕਰ ਦਿੱਤੀ। ਕਹਿਣ ਲੱਗਾ, ਇੱਕ ਵਾਰ ਮੈਂ ਆਪਣੇ ਘਰੋਗੀ ਕੰਮ ਕਰਨ ਲਈ ਮੁਲਤਾਨ ਗਿਆ। ਉੱਥੇ ਮੈਨੂੰ ਇੱਕ ਫਕੀਰ ਨਜ਼ਰ ਆਇਆ। ਖਿਆਲ ਆਇਆ, ਫਕੀਰ ਹੈ, ਕੋਈ ਸੇਵਾ ਹੀ ਕਰ ਦਈਏ। ਨੇੜੇ ਪਹੁੰਚ ਕੇ ਮੈਂ ਸੇਵਾ ਪੁੱਛੀ ਤਾਂ ਫਕੀਰ ਜੀ ਨੇ ਤੰਬਾਕੂ ਦੀ ਮੰਗ ਕੀਤੀ। ਮੈਂ ਉਹਨਾਂ ਨੂੰ ਕਹਿ ਦਿੱਤਾ ਕਿ ਮੈਂ ਸਿੱਖ ਹਾਂ, ਮੇਰੇ ਕੋਲੋਂ ਪੈਸੇ ਲੈ ਲਵੋ, ਇਹ ਤੁਸੀਂ ਆਪ ਹੀ ਲੈ ਆਉਣਾ ਜਾਂ ਕਿਸੇ ਤੋਂ ਮੰਗਵਾ ਲੈਣਾ, ਮੈਂ ਤਾਂ ਤੰਬਾਕੂ ਨੂੰ ਹੱਥ ਨਹੀਂ ਲਾਉਣਾ। ਮੇਰਾ ਇਹ ਜਵਾਬ ਸੁਣ ਕੇ ਫਕੀਰ ਨੇ ਗੁੱਸੇ ਨਾਲ ਕਿਹਾ, ਇਸ ਨੂੰ ਹੱਥ ਲਾਉਣ ਨਾਲ ਕੀ ਤੇਰੇ ਸੱਪ ਲੜ ਜਾਏਗਾ? ਮੈਂ ਇਹ ਲਫ਼ਜ਼ ਸੁਣ ਕੇ ਚੁੱਪ ਕਰ ਗਿਆ ਤੇ ਵਾਪਸ ਚਲਾ ਆਇਆ। ਇਸ ਤੋਂ ਉਪਰੰਤ ਹੁਣ ਕਈ ਸਾਲ ਹੋ ਗਏ ਹਨ, ਮੇਰੇ ਹਰ ਸਾਲ ਸੱਪ ਲੜ ਜਾਂਦਾ ਹੈ। ਸੋ ਮਹਾਰਾਜ ਕਿਰਪਾ ਕਰੋ, ਮੈਂ ਬਹੁਤ ਦੁਖੀ ਹਾਂ। ਇਹ ਸਾਰੀ ਵਾਰਤਾ ਸੁਣਨ ਤੋਂ ਬਾਅਦ ਬਾਬਾ ਜੀ ਉਸ ਪ੍ਰੇਮੀ ਨੂੰ ਸਮਝਾਉਣ ਲੱਗੇ, ਇਹ ਇਲਾਹੀ ਤਾਕਤ ਜਾਂ ਸ਼ਕਤੀ ਪ੍ਰਾਪਤ ਕਰਨੀ ਜਿੰਨੀ ਜ਼ਿਆਦਾ ਕਠਿਨ ਹੈ, ਓਨੀ ਹੀ ਉਸ ਤੋਂ ਵੱਧ ਕੇ ਸੰਭਾਲ ਕੇ ਰੱਖਣੀ। ਕੋਈ ਮਹਾਂਪੁਰਖ ਹੀ ਇਸ ਸ਼ਕਤੀ ਨੂੰ ਆਪਣੇ ਅੰਦਰ ਛੁਪਾ ਸਕਦੇ ਹਨ। ਚੰਗਾ ਕੀਤਾ ਤੂੰ ਤੰਬਾਕੂ ਨੂੰ ਹੱਥ ਨਹੀਂ ਲਾਇਆ। ਜੋ ਉਸਨੇ ਤੇਰੇ ਧਰਮ ਦੀ ਪਰਵਾਹ ਨਾ ਕਰਦੇ ਹੋਏ ਇਹ ਬਚਨ ਕੀਤਾ ਹੈ, ਉਸ ਦਾ ਕੀਤਾ ਉਹ ਆਪ ਭੋਗ ਰਿਹਾ ਹੈ। ਇਸ ਨਾਲ ਤੇਰਾ ਕੁਝ ਨਹੀਂ ਵਿਗੜਿਆ, ਉਸ ਦਾ ਨੁਕਸਾਨ ਹੋਇਆ ਹੈ। ਬਾਬਾ ਜੀ ਨੇ ਬਹਾਦੁਰਦਾਸ ਜੀ ਨੂੰ ਬੁਲਾ ਕੇ ਹੁਕਮ ਕੀਤਾ, ਇਸ ਪ੍ਰੇਮੀ ਨੂੰ ਜਲ ਛਕਾ। ਬਹਾਦੁਰਦਾਸ ਜੀ ਨੇ ਜਲ ਪਿਲਾ ਦਿੱਤਾ। ਫਿਰ ਬਾਬਾ ਜੀ ਨੇ ਬਚਨ ਕੀਤਾ, ਜਾ ਹੁਣ ਸ਼ੁੱਧ ਹੈ। ਨਾਲ ਹੀ ਤਾਕੀਦ ਕੀਤੀ ਕਿ 8 ਪਹਿਰਾਂ ਵਿੱਚੋਂ ਸਮਾਂ ਮਿਲਣ 'ਤੇ ਬਾਣੀ ਪੜ੍ਹਿਆ ਕਰ। ਜੇ ਪੜ੍ਹਿਆ ਨਹੀਂ ਤਾਂ ਸਿਰਫ ਇੰਨਾ ਹੀ ਪੜ੍ਹ ਲਿਆ ਕਰ, ਇੱਕ ਓਂਕਾਰ ਸਤਿਨਾਮ ਕਰਤਾ ਪੁਰਖ। ਇਹ ਕਾਫੀ ਹੈ, ਇਸ ਦਾ ਜਾਪ ਕਰਦਾ ਰਿਹਾ ਕਰ, ਸਭ ਕੁਝ ਠੀਕ ਰਹੇਗਾ। ਕੁਝ ਸਮਾਂ ਚੁੱਪ ਰਹਿਣ ਉਪਰੰਤ ਬਾਬਾ ਜੀ ਨੇ ਬਚਨ ਕੀਤਾ, ਘਰ ਵਿੱਚ ਇੱਕ ਅੱਧੀ ਇੱਟ ਰੱਖ ਕੇ ਉਸ ਉੱਪਰ ਸ਼ਾਮ ਨੂੰ ਜੁੱਤੀਆਂ ਮਾਰਿਆ ਕਰੀਂ। ਉਸ ਨੇ ਇਹ ਬਚਨ ਸੁਣਿਆ ਅਤੇ ਸਤ ਬਚਨ ਦਾ ਸ਼ਬਦ ਅਲਾਪ ਕੇ ਤੁਰ ਪਿਆ। ਪ੍ਰੇਮੀ ਨੇ ਘਰ ਪਹੁੰਚ ਕੇ ਇਹ ਕੀਤਾ, ਇੱਕ ਅੱਧੀ ਇੱਟ ਘਰ ਰੱਖ ਕੇ ਉਸ ਉੱਪਰ ਰੋਜ਼ ਜੁੱਤੀਆਂ ਮਾਰਿਆ ਕਰੇ। ਜੁੱਤੀਆਂ ਮਾਰੇ ਤਾਂ ਇੱਟ ਉੱਪਰ
ਪਰ ਪਹਿਣ ਉਸ ਫਕੀਰ ਦੇ। ਜਦੋਂ ਕਈ ਦਿਨ ਇਸ ਤਰ੍ਹਾਂ ਹੁੰਦਾ ਰਿਹਾ ਤਾਂ ਫਕੀਰ ਚਿੰਤਾ ਵਿੱਚ ਗੋਤੇ ਖਾਣ ਲੱਗ ਪਿਆ। ਇੱਕ ਦਿਨ ਬਾਬਾ ਜੀ ਨੇ ਫਕੀਰ ਨੂੰ ਸੁਪਨੇ ਵਿੱਚ ਦਰਸ਼ਨ ਦੇ ਕੇ ਰੂਮੀ ਪਹੁੰਚ ਜਾਣ ਦੀ ਤਾਕੀਦ ਕੀਤੀ। ਸੂਰਜ ਦੀਆਂ ਕਿਰਨਾਂ ਹਨੇਰੇ ਨੂੰ ਵਿਦਾਇਗੀ ਦੇਣ ਲਈ ਨਿਕਲੀਆਂ ਤਾਂ ਫਕੀਰ ਸਾਈਂ ਨੇ ਵੀ ਰੂਮੀ ਵੱਲ ਵਹੀਰਾਂ ਘੱਤ ਲਈਆਂ। ਉਹ ਪ੍ਰੇਮੀ ਵੀ ਬਾਬਾ ਜੀ ਕੋਲ 2 ਦਿਨ ਦਾ ਆਇਆ ਹੋਇਆ ਸੀ। ਬਾਬਾ ਜੀ ਨੇ ਬਚਨ ਕੀਤਾ, ਅੱਜ ਉਹ ਫਕੀਰ ਇੱਥੇ ਆ ਰਿਹਾ ਹੈ, ਤੂੰ ਉਸ ਨੂੰ ਪਛਾਣ ਲਵੇਂਗਾ? ਪ੍ਰੇਮੀ ਨੇ ਉੱਤਰ ਦਿੱਤਾ, ਜੀ ਹਜ਼ੂਰ, ਪਛਾਣ ਲਵਾਂਗਾ। ਬਾਬਾ ਜੀ ਨੇ ਹੁਕਮ ਕੀਤਾ, ਸ਼ਾਮ ਦੀ ਗੱਡੀ 'ਤੇ ਆ ਰਿਹਾ ਹੈ ਭੁੱਚੋ ਮੰਡੀ ਸਟੇਸ਼ਨ ਤੋਂ, ਉਸ ਨੂੰ ਲੈ ਕੇ ਆ। ਪ੍ਰੇਮੀ ਸਟੇਸ਼ਨ 'ਤੇ ਪਹੁੰਚ ਗਿਆ। ਗੱਡੀ ਆ ਗਈ। ਫਕੀਰ ਜੀ ਨੂੰ ਝੱਟ ਪਛਾਣ ਲਿਆ ਅਤੇ ਬਾਬਾ ਜੀ ਕੋਲ ਆਉਣ ਲਈ ਪ੍ਰੇਰਨਾ ਕੀਤੀ। ਪ੍ਰੇਮੀ ਅੱਗੇ ਹੋ ਕੇ ਤੁਰਿਆ ਅਤੇ ਫਕੀਰ ਪਿੱਛੇ ਪਿੱਛੇ। ਬਾਬਾ ਜੀ ਕੋਲ ਪਹੁੰਚਦੇ ਹੀ ਫਕੀਰ ਨੇ ਬਾਬਾ ਜੀ ਦੇ ਚਿਹਰੇ ਵੱਲ ਤੱਕਿਆ ਤਾਂ ਝੱਟ ਸਮਝ ਗਿਆ। ਬਾਬਾ ਜੀ ਨੇ ਨਾਮ ਆਦਿ ਪੁੱਛ ਕੇ ਬਚਨ ਕੀਤਾ, ਕੀ ਪ੍ਰਸ਼ਨ ਹੈ? ਫਕੀਰ ਨੇ ਸਾਰੀ ਆਪ ਬੀਤੀ ਖੋਲ੍ਹ ਕੇ ਦੱਸੀ। ਬਾਬਾ ਜੀ ਨੇ ਬਚਨ ਕੀਤਾ, ਤੇਰਾ ਕਸੂਰ ਸੀ, ਇਸ ਲਈ ਸਜ਼ਾ ਮਿਲਣੀ ਹੀ ਸੀ। ਫਕੀਰ ਨੇ ਗਲਤੀ ਮੰਨੀ ਅਤੇ ਬੇਨਤੀ ਕੀਤੀ, ਹੁਣ ਕਿਰਪਾ ਕਰੋ। ਬਾਬਾ ਜੀ ਰਹਿਮਤ ਦੇ ਘਰ ਆਏ ਅਤੇ ਸਿੱਖਿਆ ਦਿੱਤੀ ਕਿ ਅੱਗੇ ਤੋਂ ਇਸ ਤਰ੍ਹਾਂ ਦੀ ਗਲਤੀ ਨਹੀਂ ਕਰਨੀ। ਸੋ ਇਸ ਫਕੀਰ ਨੂੰ ਵੀ ਪ੍ਰਭੂ ਦੀ ਰਜ਼ਾ ਵਿੱਚ ਰਹਿਣ ਦੀ ਤਾਕੀਦ ਕੀਤੀ। ਮਹਾਂਪੁਰਖ ਪਰਮੇਸ਼ਰ ਦੇ ਹੁਕਮ ਵਿੱਚ ਰਹਿ ਕੇ ਦੁੱਖ ਵੀ ਨਿਵਾਰਦੇ ਹਨ। ਬਾਰੰਬਾਰ ਬਾਰ ਪ੍ਰਭ ਜਪੀਏ, ਪੀ ਅੰਮ੍ਰਿਤ ਇਹ ਮਨ ਤਨ ਧਪੀਏ। ਨੋਟ, ਇਹ ਪ੍ਰਸੰਗ ਭਾਈ ਰਤਨ ਸਿੰਘ ਜੀ ਡਰੋਲੀ ਵਾਲਿਆਂ ਸੰਤ ਬਹਾਲ ਦਾਸ ਜੀ ਪਾਸੋਂ ਸੁਣਿਆ। ਧੰਨ ਸੇਵਾ ਸੇਵਕ ਪ੍ਰਵਾਨ। ਇੱਕ ਦਿਨ ਬਾਬਾ ਜੀ ਬਹੁਤ ਪ੍ਰਸੰਨ ਸਨ। ਉਹਨਾਂ ਨੇ ਬਹਾਲ ਦਾਸ ਜੀ ਨੂੰ ਆਪਣੇ ਨੇੜੇ ਬੁਲਾ ਲਿਆ। ਜਦੋਂ ਸੇਵਕ ਆਪਣੇ ਗੁਰੂ ਦੀ ਸੇਵਾ ਸੱਚੀ ਸ਼ਰਧਾ ਨਾਲ ਕਰੇ, ਉਸ ਦੀ ਨੇੜਤਾ ਆਪ ਹੀ ਵੱਧ ਜਾਂਦੀ ਹੈ। ਪਿਆਰ ਨਾਲ ਬਿਠਾ ਕੇ ਪੁੱਛਣ ਲੱਗੇ, ਕਦੇ ਮਨ ਵਿੱਚ ਇਹ ਵੀ ਸੋਚਦਾ ਹੈ ਕਿ ਸਾਰਾ ਦਿਨ ਕੰਮ ਹੀ ਲਾਈ ਰੱਖਦੇ ਹਨ, ਆਰਾਮ ਨਾਲ 2 ਘੜੀ ਬੈਠਣ ਵੀ ਨਹੀਂ ਦਿੰਦੇ? ਬਹਾਲ ਦਾਸ ਜੀ ਨੇ ਬੜੀ ਨਿਮਰਤਾ ਨਾਲ ਉੱਤਰ ਦਿੱਤਾ, ਮਹਾਰਾਜ, ਜਿਸ ਦਿਨ ਤੋਂ ਸੇਵਾ ਵਿੱਚ ਆਇਆ ਹਾਂ, ਉਸ ਦਿਨ ਤੋਂ ਹੀ ਆਨੰਦ ਵਿੱਚ ਹਾਂ। ਹਰ ਨਵੇਂ ਦਿਨ ਨੂੰ ਨਵਾਂ ਚਾਅ ਚੜ੍ਹਦਾ ਹੈ ਕਿ ਅੱਜ ਹੋਰ ਸੇਵਾ ਮਿਲੇਗੀ ਅਤੇ ਫਿਰ ਖੁਸ਼ੀ ਖੁਸ਼ੀ ਕਰਾਂਗਾ ਅਤੇ ਤੁਹਾਡੇ ਪਾਸੋਂ ਵੀ ਖੁਸ਼ੀਆਂ ਪ੍ਰਾਪਤ ਕਰਾਂਗਾ। ਕਦੇ ਵੀ ਮਨ ਵਿੱਚ ਨਹੀਂ ਆਉਂਦਾ ਕਿ ਇਹ ਸੇਵਾ ਔਖੀ ਹੈ। ਹਰ ਵੇਲੇ ਮਨ ਖੁਸ਼ੀ ਨਾਲ ਅੰਬਰ ਵਿੱਚ ਉਡਾਰੀਆਂ ਲਾਉਂਦਾ ਹੈ। ਹਰ ਪਲ ਜੋ ਆਪ ਦੇ ਪਵਿੱਤਰ ਚਰਨਾਂ ਵਿੱਚ ਬੀਤ ਰਿਹਾ ਹੈ, ਉਹ ਸੱਚੇ ਦੀ ਦਰਗਾਹ ਵਿੱਚ ਲੇਖੇ ਲੱਗ ਰਿਹਾ ਹੈ। ਜੀਵਨ ਦਾ ਇੱਕ ਛਿਣ ਵੀ ਬੇਅਰਥ ਨਹੀਂ ਜਾ ਰਿਹਾ। ਆਪ ਜੀ ਦੀ ਅਪਾਰ ਕਿਰਪਾ ਹੈ। ਮੈਂ ਇਸੇ ਵਿੱਚ ਹੀ ਆਪਣਾ ਸੁਭਾਗ ਸਮਝਦਾ ਹਾਂ। ਇਹ ਉੱਤਰ ਸੁਣ ਕੇ ਬਾਬਾ ਜੀ ਬੜੇ ਪ੍ਰਸੰਨ ਹੋਏ। ਫਿਰ ਬਚਨ ਹੋਇਆ, ਬਹਾਲ ਦਾਸ, ਹੁਣ ਉਹ ਸਮਾਂ ਨੇੜੇ ਹੈ ਜਦੋਂ ਤੈਨੂੰ ਇੱਕ ਅਸਥਾਨ 'ਤੇ ਡੇਰਾ ਪਾ ਦਿਆਂਗੇ। ਤੂੰ ਉੱਥੇ ਆਪਣਾ ਕੰਮ ਆਪ ਚਲਾਈਂ। ਚੇਲੇ ਬਾਲ ਕੇ ਤੇਰੇ ਕੋਲ ਹੋਇਆ ਕਰਨਗੇ, ਫਿਰ ਤੇਰੀ ਮਹਿਮਾ ਵਧੇਗੀ। ਬਚਨ ਸੁਣ ਕੇ ਬਹਾਲ ਦਾਸ ਜੀ ਨੇ ਬੇਨਤੀ ਕੀਤੀ, ਸ਼ਹਿਨਸ਼ਾਹ, ਕਿਰਪਾ ਕਰੋ, ਸਾਨੂੰ ਤਾਂ ਸੇਵਾ ਹੀ ਬਖਸ਼ੀ ਰੱਖੋ, ਆਪਣੇ ਨਾਲੋਂ ਵਿਛੋੜੋ ਨਾ। ਇਹ ਵਿਛੋੜਾ ਮੇਰੇ ਕੋਲੋਂ ਝੱਲਿਆ ਨਹੀਂ ਜਾਣਾ। ਮੇਰ ਦੇ ਘਰ ਵਿੱਚ ਆਓ। ਜੇ ਮੈਂ ਬਿਰਹੋਂ ਦੀ ਲਪੇਟ ਵਿੱਚ ਆ ਗਿਆ ਤਾਂ ਮੇਰੀ ਹਾਲਤ ਵੀ ਫਰੀਦ ਜੀ ਦੇ ਕਥਨ ਅਨੁਸਾਰ ਹੋ ਜਾਵੇਗੀ। ਫਰੀਦਾ ਚਿੰਤ ਖਟੋਲਾ ਵਾਣ ਦੁਖ, ਬਿਰਹਿ ਵਿਛਾਵਣ ਲੇਫ, ਇਹ ਹਮਾਰਾ ਜੀਵਣਾ, ਤੂੰ ਸਾਹਿਬ ਸੱਚੇ ਵੇਖ। ਸੋ ਮੈਨੂੰ ਆਪਣੇ ਤੋਂ ਦੂਰ ਨਾ ਕਰੋ। ਬਾਬਾ ਜੀ ਇਹ ਸੁਣ ਕੇ ਬਹੁਤ ਖੁਸ਼ ਹੋਏ ਅਤੇ ਬਚਨ ਕੀਤਾ, ਦੂਰ ਨਹੀਂ ਕਰਦੇ, ਇਹ ਵੀ ਸੇਵਾ ਹੈ।
ਅਤੇ ਜਿਹੜਾ ਕੰਮ ਤੂੰ ਉਸ ਵੇਲੇ ਕਰਨਾ ਹੈ ਉਹ ਵੀ ਸੇਵਾ ਹੀ ਹੋਵੇਗੀ। ਗੁਰਮੁਖ ਸਖੀਆਂ ਸਿੱਖ ਗੁਰੂ ਮਿਲਾਇਆ, ਇੱਕ ਸੇਵਕ ਗੁਰ ਪਾਸ ਇੱਕ ਗੁਰ ਕਾਰੇ ਲਾਇਆ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਇੱਕ ਗੁਰਸਿੱਖ ਸੁਜਾਨ ਸਿੰਘ ਨੂੰ ਸੇਵਾ ਕਰਨ ਦੀ ਉਤੇਜਨਾ ਹੋਈ। ਉਸਨੇ ਗੁਰੂ ਸਾਹਿਬ ਕੋਲ ਪਹੁੰਚ ਕੇ ਸੇਵਾ ਮੰਗੀ। ਹਜ਼ੂਰ ਨੇ ਹੁਕਮ ਕੀਤਾ, ਜੇ ਗੁਰੂ ਦੀ ਸੇਵਾ ਕਰਨੀ ਹੈ ਤਾਂ ਸੰਗਤ ਦੀ ਸੇਵਾ ਕਰੋ, ਇਹ ਹੀ ਸੱਚੀ ਸੇਵਾ ਹੈ। ਸ੍ਰੀ ਅਨੰਦਪੁਰ ਸਾਹਿਬ ਤੋਂ ਰੋਪੜ ਵਾਲੇ ਪਾਸੇ ਵੱਲ ਚੁਰਸਤੇ 'ਤੇ ਬੈਠ ਕੇ ਸੇਵਾ ਕਰਨੀ ਹੈ। ਇਸ ਜਗ੍ਹਾ ਤੋਂ ਲੰਘਣ ਵਾਲੀਆਂ ਸੰਗਤਾਂ ਨੂੰ ਪਾਣੀ ਪਿਲਾਉਣਾ ਹੈ ਅਤੇ ਜੇ ਹੋ ਸਕੇ ਤਾਂ ਛੋਲੇ ਭੁੰਨ ਕੇ ਰੱਖਿਆ ਕਰੀਂ। ਸਾਡੇ ਕੋਲ ਆਉਣ ਵਾਲੇ ਹਰ ਸਿੱਖ ਨੂੰ ਜਲ ਛਕਾਉਣਾ ਅਤੇ ਛੋਲਿਆਂ ਦੀ ਇੱਕ ਮੁੱਠੀ ਦੇਣੀ। ਇਹ ਬਚਨ ਸੁਣ ਕੇ ਸੁਜਾਨ ਸਿੰਘ ਸੱਤ ਬਚਨ ਕਹਿ ਕੇ ਆਗਿਆ ਲੈ ਆਇਆ। ਛੋਲੇ ਤੇ ਪਾਣੀ ਚੁਰਸਤੇ 'ਤੇ ਲੈ ਕੇ ਬੈਠ ਗਿਆ। ਜਿਹੜੀ ਸੰਗਤ ਗੁਰੂ ਪਾਸ ਜਾਵੇ ਉਸ ਨੂੰ ਗਲ ਪੱਲਾ ਪਾ ਕੇ ਆਖੇ, ਮੇਰੇ ਵੱਲੋਂ ਸਤਿਗੁਰਾਂ ਨੂੰ ਮੱਥਾ ਟੇਕਣਾ। ਜਿਨ੍ਹਾਂ ਨੇ ਉੱਥੋਂ ਵਾਪਸ ਆਉਣਾ ਉਹਨਾਂ ਨੂੰ ਕਹਿਣਾ, ਕੋਈ ਸਤਿਗੁਰਾਂ ਦਾ ਬਚਨ ਸੁਣਾਓ। ਸੁਜਾਨ ਸਿੰਘ ਥੋੜ੍ਹੀ ਬਹੁਤ ਦਵਾਈ ਆਦਿ ਵੀ ਕਰ ਦਿੰਦਾ ਸੀ। ਜਿਸ ਨੂੰ ਲੋੜ ਹੋਵੇ ਦਵਾਈ ਵੀ ਦੇ ਦੇਣੀ। ਇਸ ਤਰ੍ਹਾਂ ਇਹਨਾਂ ਦੀ ਪ੍ਰੋੜਤਾ ਸਿੱਖ ਸੰਗਤਾਂ ਵਿੱਚ ਹੋਣ ਲੱਗ ਪਈ। ਹੌਲੀ ਹੌਲੀ ਇਹ ਸਰੋਤ ਗੁਰੂ ਸਾਹਿਬ ਦੇ ਕੰਨੀ ਪੈ ਗਈ। ਸੁਜਾਨ ਸਿੰਘ ਇਸ਼ਨਾਨ ਕਰਕੇ ਨਿਤਨੇਮ ਕਰਨ ਲੱਗਦਾ ਤਾਂ ਸਾਹਮਣੇ ਸਤਿਗੁਰਾਂ ਦਾ ਆਸਣ ਵਿਛਾ ਦਿੰਦਾ। ਇੱਕ ਦਿਨ ਨਿਤਨੇਮ ਕਰਦੇ ਬੜਾ ਆਨੰਦ ਆ ਰਿਹਾ ਸੀ। ਨਿਤਨੇਮ ਕਰਦੇ ਜਦੋਂ ਕਦੇ ਅੱਖ ਖੁੱਲ੍ਹੇ ਤਾਂ ਭੁਲੇਖਾ ਜਿਹਾ ਪਵੇ ਕਿ ਸਤਿਗੁਰ ਆਸਣ ਉੱਪਰ ਬੈਠੇ ਹਨ। ਇਹ ਸੀ ਤਾਂ ਪ੍ਰਤੱਖ, ਪਰ ਮਨ ਨਾ ਮੰਨੇ। ਅਚਾਨਕ ਹੀ ਬਾਹਰੋਂ ਆਵਾਜ਼ ਆਈ, ਭਾਈ ਸੁਜਾਨ ਸਿੰਘ, ਮੈਂ ਤਕਲੀਫ ਵਿੱਚ ਹਾਂ, ਮੇਰੇ ਪੱਟੀ ਬੰਨ੍ਹ। ਸੁਜਾਨ ਸਿੰਘ ਚੌਂਕਿਆ, ਕੀ ਕਰਾਂ, ਬਾਹਰ ਕੋਈ ਦੁਖੀ ਪੁਕਾਰ ਰਿਹਾ ਹੈ, ਇੱਧਰ ਨਿਤਨੇਮ ਦਾ ਆਨੰਦ ਵੀ ਬੜਾ ਆ ਰਿਹਾ ਹੈ। ਫਿਰ ਉਹ ਆਵਾਜ਼ ਕੰਨੀ ਪਈ, ਭਾਈ ਸੁਜਾਨ ਸਿੰਘ, ਮੈਂ ਦੁਖੀ ਹਾਂ, ਮੇਰੇ ਪੱਟੀ ਬੰਨ੍ਹ ਦੇ। ਹੁਣ ਦੁਖੀ ਦੀ ਆਵਾਜ਼ ਸਹਿਣ ਨਾ ਕਰ ਸਕਿਆ, ਝੱਟ ਖੜਾ ਹੋ ਗਿਆ ਤੇ ਬਾਹਰ ਆਇਆ। ਬਾਹਰ ਬੈਠੇ ਪ੍ਰੇਮੀ ਦੇ ਜ਼ਖਮ ਦੇਖ ਕੇ ਉਹਨਾਂ ਨੂੰ ਸਾਫ਼ ਕੀਤਾ। ਫਿਰ ਆਪਣੇ ਦੁਪੱਟੇ ਦਾ ਕੁਝ ਹਿੱਸਾ ਪਾੜ ਕੇ ਪੱਟੀ ਬੰਨੀ। ਪ੍ਰੇਮੀ ਸ਼ਾਂਤ ਹੋਇਆ ਤਾਂ ਸੁਜਾਨ ਸਿੰਘ ਅੰਦਰ ਆ ਕੇ ਫਿਰ ਨਿਤਨੇਮ ਕਰਨ ਲੱਗ ਪਿਆ। ਜਦੋਂ ਅੰਤਰ ਧਿਆਨ ਹੋ ਕੇ ਪਾਠ ਕੀਤਾ, ਫਿਰ ਅੱਖ ਆਸਣ 'ਤੇ ਗਈ ਤਾਂ ਕੀ ਵੇਖਿਆ, ਸਤਿਗੁਰ ਆਸਣ 'ਤੇ ਬੈਠੇ ਹਨ ਅਤੇ ਪੱਟੀ ਵੱਜੀ ਹੋਈ ਹੈ। ਦੇਖ ਕੇ ਢਹਿ ਪਿਆ ਚਰਨਾਂ 'ਤੇ। ਹਜ਼ੂਰ ਨੇ ਬਚਨ ਕੀਤਾ, ਬਾਹਰ ਮੈਂ ਹੀ ਆਵਾਜ਼ਾਂ ਦੇ ਰਿਹਾ ਸੀ। ਜਿਸ ਥਾਂ ਮੇਰਾ ਖਾਲਸਾ ਮੈਨੂੰ ਯਾਦ ਕਰੇਗਾ, ਮੈਂ ਹਾਜ਼ਰ ਹੁੰਦਾ ਹਾਂ। ਸੋ ਗੁਰਸਿੱਖ ਜੀ ਮੈਨੂੰ ਯਾਦ ਕੀਤਾ ਸੀ, ਮੈਂ ਹਾਜ਼ਰ ਹੋ ਗਿਆ। ਤੁਹਾਡੀ ਸੇਵਾ ਪ੍ਰਵਾਨ ਹੈ। ਹੁਣ ਇਹ ਚੁਰਸਤਾ ਛੱਡ ਕੇ ਮੇਰੇ ਕੋਲ ਅਨੰਦਪੁਰ ਸਾਹਿਬ ਪਹੁੰਚ ਜਾਓ। ਸੋ ਇਸ ਤਰ੍ਹਾਂ ਸੁਜਾਨ ਸਿੰਘ ਗੁਰੂ ਤੋਂ ਖੁਸ਼ੀ ਪ੍ਰਾਪਤ ਕਰਕੇ ਉਹਨਾਂ ਨਾਲ ਇੱਕ ਹੋ ਗਿਆ। ਫਿਰ ਨਾਮ ਹੀ ਜਪਦੇ ਹੋਏ ਆਪਣਾ ਮਾਨਸ ਜਨਮ ਵੀ ਸਵਾਰ ਲਿਆ। ਦਰਗਾਹ ਵਿੱਚ ਵੀ ਥਾਂ ਬਣਾ ਲਈ। ਨਾਨਕ ਦਾਸ ਮੁਖ ਤੇ ਜੋ ਬੋਲੇ, ਇਹਾਂ ਉਹਾਂ ਸੱਚ ਹੋਵੇ। ਮਹਾਂਪੁਰਖ ਦੇ ਜੀਵਨ ਬਾਰੇ ਜੇ ਕੋਈ ਲਿਖਾਰੀ ਲਿਖਣਾ ਚਾਹੇ ਤਾਂ ਕੀ ਲਿਖ ਸਕਦਾ ਹੈ। ਉਹ ਤਾਂ ਸੁਣ ਅੱਖੀਂ ਡਿੱਠੇ ਜਾਂ ਸੁਣੇ ਹੋਏ ਕੌਤਕ ਹੀ ਲਿਖ ਸਕਦਾ ਹੈ। ਜੋ ਮਹਾਂਪੁਰਖ ਰਾਤ ਨੂੰ ਸਮਾਧੀ ਲੱਗੀ ਸਮੇਂ ਕਰਦੇ ਹਨ, ਉਸ ਬਾਰੇ ਕੌਣ ਜਾਣਦਾ ਹੈ। ਉਹ ਇਹੀ ਲਿਖ ਸਕਦਾ ਹੈ ਕਿ ਸਮਾਧੀ ਲੱਗੀ ਸੀ, 2 ਘੰਟੇ ਜਾਂ 2 ਦਿਨ ਨਹੀਂ ਉੱਠੇ। ਪਰ ਇਸ ਸਮੇਂ ਅੰਦਰ ਕੀ ਕੀਤਾ, ਉਸ ਦਾ ਕੀ ਲਿਖੇਗਾ। ਮਹਾਂਪੁਰਖ ਦੇ ਪ੍ਰਤੱਖ
ਕਰਤੱਵ ਹੀ ਲਿਖ ਸਕਦੇ ਹਨ। ਇਸ ਤਰ੍ਹਾਂ ਦੇ ਕਰਤੱਵ ਬਾਰੇ ਪੰਡਿਤ ਸੰਤ ਰਾਮ ਜੀ ਭੁੱਚੋ ਕਲਾਂ ਵਾਲੇ ਦੱਸਦੇ ਹਨ ਕਿ ਇੱਕ ਦਿਨ ਬਾਬਾ ਜੀ ਰੂਮੀ ਵਿੱਚ ਆਪਣੇ ਆਸਣ 'ਤੇ ਬੈਠੇ ਸਨ। ਕੁਝ ਮੁੰਡੇ ਭੁੱਚੋ ਕਲਾਂ ਦੇ ਜੋ ਆਪਣੇ ਪਸ਼ੂ ਚਾਰਨ ਲਈ ਰੂਮੀ ਆਏ ਸਨ, ਉਹ ਬਾਬਾ ਜੀ ਕੋਲ ਪਹੁੰਚ ਗਏ। ਬਾਬਾ ਜੀ ਖੁਸ਼ ਬੈਠੇ ਸਨ। ਬੱਚਿਆਂ ਨੂੰ ਦੇਖ ਪ੍ਰਸੰਨ ਹੋ ਕੇ ਕਹਿਣ ਲੱਗੇ, ਬੱਚਿਓ, ਅੱਜ ਕੀ ਖਾਣਾ ਹੈ? ਸਾਰਿਆਂ ਨੇ ਕਿਹਾ, ਬਾਬਾ ਜੀ ਅੱਜ ਗੁੜ ਹੀ ਖਵਾ ਦਿਓ। ਬਾਬਾ ਜੀ ਨੇ ਫਰਮਾਇਆ, ਗੁੜ ਭੁੱਚੋ ਮੰਡੀ ਤੋਂ ਆ ਰਿਹਾ ਹੈ। ਗੋਬਿੰਦਪੁਰੇ ਨੂੰ ਮੰਡੀ ਹੀ ਨੇੜੇ ਪੈਂਦੀ ਹੈ। ਇਸ ਪਿੰਡ ਦੇ ਦੋ ਪ੍ਰੇਮੀ ਆਪਣੇ ਊਠਾਂ ਉੱਪਰ ਗੁੜ ਲਿਆ ਰਹੇ ਸਨ। ਜਦੋਂ ਇਹ ਰੂਮੀ ਦੇ ਰਸਤੇ ਗੋਬਿੰਦਪੁਰੇ ਨੂੰ ਜਾਣ ਲੱਗੇ ਤਾਂ ਬਾਬਾ ਜੀ ਨੇ ਬਹਾਲ ਦਾਸ ਜੀ ਨੂੰ ਹੁਕਮ ਦਿੱਤਾ, ਇਹਨਾਂ ਕੋਲ ਕੀ ਲੱਦਿਆ ਹੋਇਆ ਹੈ? ਬਹਾਲ ਦਾਸ ਜੀ ਹੁਕਮ ਸੁਣ ਕੇ ਉਹਨਾਂ ਕੋਲ ਪਹੁੰਚ ਕੇ ਪੁੱਛਣ ਲੱਗੇ, ਤੁਹਾਡੇ ਕੋਲ ਕੀ ਹੈ? ਉਹਨਾਂ ਨੇ ਜਵਾਬ ਦਿੱਤਾ, ਸਾਡੇ ਕੋਲ ਤਾਂ ਲੂਣ ਹੈ। ਝੂਠ ਮਾਰ ਦਿੱਤਾ। ਉਹਨਾਂ ਭਰਿਆ ਤਾਂ ਗੁੜ ਸੀ, ਪਰ ਖਿਆਲ ਆਇਆ ਕਿ ਇਹ ਸਾਧੂ ਗੁੜ ਲੈਣਗੇ, ਐਵੇਂ 5-7 ਸੇਰ ਗੁੜ ਮੰਗਣਗੇ, ਲੂਣ ਹੀ ਕਹਿ ਦਿਓ। ਬਹਾਲ ਦਾਸ ਜੀ ਬਾਬਾ ਜੀ ਪਾਸ ਆ ਕੇ ਕਹਿਣ ਲੱਗੇ, ਮਹਾਰਾਜ, ਉਹ ਤਾਂ ਲੂਣ ਦੱਸਦੇ ਹਨ। ਬਾਬਾ ਜੀ ਨੇ ਬਚਨ ਕੀਤਾ, ਚੰਗਾ ਭਾਈ, ਉਹਨਾਂ ਪਾਸ ਤਾਂ ਗੁੜ ਸੀ, ਬਾਕੀ ਜਿਵੇਂ ਉਹ ਚਾਹੁੰਦੇ ਹਨ ਉਸੇ ਤਰ੍ਹਾਂ ਹੋ ਜਾਵੇਗਾ। ਸਾਧੂ ਬੋਲੇ, ਸਹਿ ਸੁਭਾਏ, ਸਾਧ ਕਾ ਬੋਲਿਆ ਬਿਰਥਾ ਨਾ ਜਾਏ। ਜੋ ਉਹਨਾਂ ਕਿਹਾ ਸੀ ਉਹ ਹੀ ਬਣ ਗਿਆ। ਹੁਣ ਗੁੜ ਗੁੜ ਨਾ ਰਿਹਾ, ਲੂਣ ਵਿੱਚ ਬਦਲੀ ਹੋ ਗਿਆ। ਮਹਾਂਪੁਰਖ ਅੱਗੇ ਝੂਠ ਬੋਲਣ ਦਾ ਫਲ ਮਿਲ ਗਿਆ। ਜਿਸ ਵੇਲੇ ਘਰ ਪਹੁੰਚੇ, ਆਪਣੇ ਊਠਾਂ ਨੂੰ ਬਿਠਾ ਕੇ ਗੁੜ ਉਤਾਰਿਆ। ਜਦੋਂ ਵੇਖਿਆ ਤਾਂ ਸਾਰਾ ਲੂਣ ਹੀ ਬਣ ਗਿਆ। ਝੱਟ ਚੋਟ ਲੱਗੀ ਮਨ ਨੂੰ। ਲਾਹਨਤਾਂ ਪਾਉਣ ਲੱਗ ਪਏ ਕਿ ਆਪਾਂ ਬਾਬਾ ਜੀ ਨੂੰ ਕਿਉਂ ਝੂਠ ਬੋਲਿਆ ਸੀ। ਫਿਰ ਬੀਤੇ ਵੇਲੇ ਨੂੰ ਪਛਤਾ ਰਹੇ ਸਨ। ਖਿਆਲ ਆਇਆ, ਬਾਬਾ ਜੀ ਪਾਸ ਜਾ ਕੇ ਮਾਫੀ ਮੰਗ ਲਈਏ, ਕਿਉਂਕਿ ਝੂਠ ਦੇ ਵਪਾਰ ਦਾ ਲਾਭ ਸਾਹਮਣੇ ਸੀ। ਗੋਬਿੰਦਪੁਰੇ ਤੋਂ ਵਾਪਸ ਮੁੜ ਪਏ। ਬਹਾਲ ਦਾਸ ਜੀ ਨੂੰ ਬੇਨਤੀ ਕੀਤੀ, ਮਹਾਰਾਜ, ਆਗਿਆ ਹੋਵੇ ਤਾਂ ਬਾਬਾ ਜੀ ਅੱਗੇ ਅਰਜ਼ ਕਰਨੀ ਹੈ। ਬਹਾਲ ਦਾਸ ਜੀ ਨੇ ਬਾਬਾ ਜੀ ਅੱਗੇ ਬੇਨਤੀ ਕੀਤੀ, ਪਾਤਸ਼ਾਹ, ਗੋਬਿੰਦਪੁਰੇ ਤੋਂ ਗੁੜ ਵਾਲੇ ਪ੍ਰੇਮੀ ਆਏ ਹਨ, ਉਹਨਾਂ ਕੋਈ ਬੇਨਤੀ ਕਰਨੀ ਹੈ। ਬਾਬਾ ਜੀ ਨੇ ਫਰਮਾਇਆ, ਆ ਜਾਣ ਦਿਓ। ਉਹ ਬਾਬਾ ਜੀ ਕੋਲ ਆ ਕੇ ਚਰਨੀ ਢਹਿ ਪਏ, ਸ਼ਹਿਨਸ਼ਾਹ, ਸਾਨੂੰ ਬਖਸ਼ੋ, ਸਾਡੇ ਕੋਲੋਂ ਭੁੱਲ ਹੋ ਗਈ ਹੈ। ਅਸੀਂ ਝੂਠ ਮਾਰਿਆ, ਜਿਸ ਦਾ ਨਤੀਜਾ ਸਾਡੇ ਸਾਹਮਣੇ ਆ ਗਿਆ ਹੈ। ਤੁਸੀਂ ਬਖਸ਼ਣਹਾਰ ਹੋ, ਸਾਡੇ 'ਤੇ ਮਿਹਰ ਕਰੋ। ਸਾਡਾ ਸਾਰਾ ਗੁੜ ਲੂਣ ਵਿੱਚ ਬਦਲ ਗਿਆ ਹੈ। ਬਾਬਾ ਜੀ ਥੋੜ੍ਹਾ ਮੁਸਕਰਾ ਕੇ ਕਹਿਣ ਲੱਗੇ, ਤੁਸੀਂ ਲੂਣ ਕਿਹਾ ਸੀ, ਲੂਣ ਹੀ ਹੋਣਾ ਸੀ। ਉਹਨਾਂ ਤਰਲੇ ਨਾਲ ਕਿਹਾ, ਮਹਾਰਾਜ, ਅਸੀਂ ਗਰੀਬ ਹਾਂ, ਅਸੀਂ ਹੋਰ ਗੁੜ ਲਿਆਉਣ ਤੋਂ ਅਸਮਰੱਥ ਹਾਂ। ਹੁਣ ਕਿਰਪਾ ਕਰੋ, ਰਹਿਮਤ ਦੇ ਘਰ ਵਿੱਚ ਆਓ। ਜਦੋਂ ਕੋਈ ਨਿਮਾਣਾ ਹੋ ਕੇ ਮਹਾਂਪੁਰਖਾਂ ਦੇ ਚਰਨੀ ਆ ਢਹਿ ਪੈਂਦਾ ਹੈ, ਮਹਾਂਪੁਰਖ ਬੜੇ ਰਹਿਮ ਦਿਲ ਹੁੰਦੇ ਹਨ, ਬਖਸ਼ ਦਿੰਦੇ ਹਨ। ਬਾਬਾ ਜੀ ਨੇ ਬਚਨ ਕੀਤਾ, ਜੋ ਹੋਣਾ ਸੀ ਹੋ ਗਿਆ, ਪਰ ਤੁਹਾਡਾ ਲੂਣ ਹੀ ਗੁੜ ਦੇ ਭਾਅ ਵਿਕ ਜਾਵੇਗਾ। ਇਸ ਨੂੰ ਵੇਚ ਆਉਣਾ। ਸੋ ਇਹ ਬਚਨ ਮੰਨ ਕੇ ਉਹਨਾਂ ਨੇ ਲੂਣ ਵੇਚ ਦਿੱਤਾ। ਉਸੇ ਤਰ੍ਹਾਂ ਹੀ ਹੋਇਆ, ਲੂਣ ਗੁੜ ਦੇ ਭਾਅ ਵਿਕ ਗਿਆ। ਮਹਾਂਪੁਰਖਾਂ ਦਾ ਬਚਨ ਅਟੱਲ ਹੁੰਦਾ ਹੈ। ਇਸੇ ਹੀ ਤਰ੍ਹਾਂ ਦੇ ਪ੍ਰਤੱਖ ਕਰਤੱਵ ਗੁਰੂ ਸਾਹਿਬ ਦੇ ਸਮੇਂ ਵੀ ਹੁੰਦੇ ਰਹੇ। ਲਾਹੌਰ ਸ਼ਹਿਰ ਦੇ ਅੰਦਰ ਹੁਣ ਵੀ ਇੱਕ ਜਗ੍ਹਾ ਭਾਈ ਬੁੱਧੂ ਦੇ ਆਵੇ ਦੇ ਨਾਮ ਨਾਲ ਮਸ਼ਹੂਰ ਹੈ। ਇੱਕ ਵਾਰ ਭਾਈ ਬੁੱਧੂ ਜੋ ਘੁਮਿਆਰ ਸੀ, ਉਸਨੇ ਆਪਣੇ ਕਿੱਤੇ ਅਨੁਸਾਰ ਆਵੇ ਵਿੱਚ ਕੱਚੀਆਂ ਇੱਟਾਂ ਦੀ ਚਿਣਾਈ ਕੀਤੀ। ਉਸ ਨੂੰ ਪਕਾਉਣ ਦੇ ਲਈ ਜਿਸ ਸਮੇਂ ਅੱਗ ਦੇਣੀ ਸੀ ਤਾਂ ਪਹਿਲਾਂ ਪੰਜਵੇਂ ਪਾਤਸ਼ਾਹ ਗੁਰੂ ਸ੍ਰੀ ਅਰਜਨ ਦੇਵ ਜੀ ਪਾਸ ਬੇਨਤੀ ਕੀਤੀ,
ਮਹਾਰਾਜ, ਮੈਂ ਆਵੇ ਨੂੰ ਅੱਗ ਦੇਣੀ ਹੈ, ਮੇਰਾ ਆਵਾ ਠੀਕ ਪੱਕ ਜਾਵੇ। ਸਤਿਗੁਰਾਂ ਨੇ ਬਚਨ ਕੀਤਾ, ਜਿਸ ਸਮੇਂ ਆਵੇ ਨੂੰ ਖੋਲ੍ਹਣਾ ਹੈ ਉਸ ਤੋਂ ਇੱਕ ਦਿਨ ਪਹਿਲਾਂ ਪ੍ਰਸ਼ਾਦ ਤਿਆਰ ਕਰਨਾ ਹੈ ਅਤੇ ਇਹ ਪ੍ਰਸ਼ਾਦ ਪਹਿਲਾਂ ਸੰਗਤ ਨੂੰ ਛਕਾਉਣਾ ਹੈ, ਫਿਰ ਅਰਦਾਸ ਕਰਨੀ ਹੈ। ਭਾਈ ਬੁੱਧੂ ਸਤ ਬਚਨ ਕਹਿ ਕੇ ਵਾਪਸ ਆ ਗਿਆ। ਆਵਾ ਤਿਆਰ ਹੋ ਗਿਆ, ਖੋਲ੍ਹਣ ਦਾ ਸਮਾਂ ਆ ਗਿਆ। ਉਸਨੇ ਬੜੀ ਰੀਝ ਨਾਲ ਪ੍ਰਸ਼ਾਦ ਤਿਆਰ ਕਰਵਾਇਆ, ਫਿਰ ਸਾਰੀ ਸੰਗਤ ਇਕੱਠੀ ਕੀਤੀ ਤੇ ਪ੍ਰਸ਼ਾਦ ਛਕਾ ਦਿੱਤਾ। ਅਰਦਾਸ ਕਰਨ ਦਾ ਸਮਾਂ ਹੋ ਗਿਆ। ਬਾਹਰ ਇੱਕ ਸਿੱਖ ਭਾਈ ਲੱਖੂ ਕਮਲਾ ਜਿਹਾ ਭੇਸ ਬਣਾ ਕੇ ਆ ਗਿਆ ਤੇ ਪ੍ਰਸ਼ਾਦ ਛਕਣ ਲਈ ਅਰਜ਼ ਕੀਤੀ। ਪ੍ਰਸ਼ਾਦ ਵਰਤਾਉਣ ਵਾਲਿਆਂ ਨੇ ਕਮਲਾ ਸਮਝ ਕੇ ਕਹਿ ਦਿੱਤਾ ਕਿ ਪ੍ਰਸ਼ਾਦ ਖਤਮ ਹੋ ਗਿਆ ਹੈ। ਅਰਦਾਸ ਸ਼ੁਰੂ ਹੋ ਗਈ। ਸਾਰੀ ਸੰਗਤ ਅਰਦਾਸ ਕਰੇ ਕਿ ਭਾਈ ਬੁੱਧੂ ਦਾ ਆਵਾ ਪੱਕਾ ਹੋਵੇ, ਪਰ ਭਾਈ ਲੱਖੂ ਕਹੇ ਕੱਚਾ ਹੋਵੇ। ਇਹ ਸੁਣ ਕੇ ਸਾਰੀ ਸੰਗਤ ਨੇ ਕਿਹਾ, ਤੇਰੇ ਕਹਿਣ ਨਾਲ ਇਹ ਕੱਚਾ ਹੋ ਜਾਵੇਗਾ, ਤੂੰ ਗੁਰੂ ਤੋਂ ਵੀ ਵੱਡਾ ਹੈ। ਭਾਈ ਲੱਖੂ ਚੁੱਪਚਾਪ ਚਲਾ ਗਿਆ। ਜਦੋਂ ਆਵਾ ਖੋਲ੍ਹਿਆ ਤਾਂ ਕੱਚਾ ਨਿਕਲਿਆ। ਭਾਈ ਬੁੱਧੂ ਬਹੁਤ ਘਬਰਾਇਆ ਤੇ ਝੱਟ ਸਤਿਗੁਰਾਂ ਕੋਲ ਪਹੁੰਚਿਆ। ਬੇਨਤੀ ਕੀਤੀ, ਪਾਤਸ਼ਾਹ, ਮੇਰਾ ਆਵਾ ਕੱਚਾ ਰਹਿ ਗਿਆ। ਸਤਿਗੁਰਾਂ ਬਚਨ ਕੀਤਾ, ਕੋਈ ਸਿੱਖ ਭੁੱਖਾ ਚਲਾ ਗਿਆ ਹੋਵੇਗਾ। ਉਸਨੇ ਕਿਹਾ, ਮਹਾਰਾਜ, ਇੱਕ ਕਮਲਾ ਜਿਹਾ ਖੜਾ ਸੀ, ਉਹ ਰਹਿ ਗਿਆ ਸੀ ਤੇ ਨਾਲ ਹੀ ਕਹਿ ਰਿਹਾ ਸੀ ਕੱਚਾ ਰਹੇਗਾ। ਸਤਿਗੁਰ ਗੰਭੀਰਤਾ ਨਾਲ ਕਹਿਣ ਲੱਗੇ, ਉਹ ਕਮਲਾ ਨਹੀਂ ਸੀ, ਤੁਸੀਂ ਕਮਲੇ ਹੋ ਜੋ ਉਸ ਨੂੰ ਸਮਝ ਨਾ ਸਕੇ। ਉਹ ਤਾਂ ਭਾਈ ਲੱਖੂ ਸੀ। ਮਹਾਰਾਜ, ਸਾਨੂੰ ਕੀ ਪਤਾ ਸੀ, ਹੁਣ ਸਾਨੂੰ ਬਖਸ਼ ਦਿਓ, ਗਲਤੀ ਹੋ ਗਈ ਸੋ ਮਾਫ਼ ਕਰ ਦਿਓ। ਸਤਿਗੁਰਾਂ ਬਚਨ ਕੀਤਾ, ਚੰਗਾ, ਜੋ ਹੋ ਗਿਆ ਸੋ ਹੋ ਗਿਆ, ਪਰ ਤੇਰੀਆਂ ਕੱਚੀਆਂ ਇੱਟਾਂ ਵੀ ਪੱਕੇ ਦੇ ਭਾਅ ਵਿਕਰੀ ਹੋ ਜਾਵੇਗੀ। ਸਤਿਗੁਰਾਂ ਦਾ ਬਚਨ ਅਮਿੱਟ ਸੀ। ਲਾਹੌਰ ਦੇ ਕਿਲ੍ਹੇ ਦਾ ਇੱਕ ਹਿੱਸਾ ਡਿੱਗ ਪਿਆ। ਨਵਾਬ ਨੇ ਬੁੱਧੂ ਦਾ ਕੱਚਾ ਆਵਾ ਹੀ ਪੱਕੇ ਦੇ ਭਾਅ ਖਰੀਦ ਲਿਆ। ਨਾਨਕ ਦਾਸ ਮੁਖ ਤੇ ਜੋ ਬੋਲੇ, ਇਹਾਂ ਉਹਾਂ ਸੱਚ ਹੋਵੇ। ਜੋ ਜੋ ਚਿਤਵੇ ਦਾਸ ਹਰ ਮਾਈ, ਸੋ ਸੋ ਕਰਤਾ ਆਪ ਕਰਾਈ। ਸਵੇਰੇ ਬਾਬਾ ਜੀ ਨੇ ਬਹਾਲ ਦਾਸ ਜੀ ਨੂੰ ਹੁਕਮ ਦਿੱਤਾ। ਬਹਾਲ ਦਾਸ ਅਤਰ ਸਿੰਘ ਸੇਮਾ ਨੂੰ ਬੁਲਾ ਕੇ ਲਿਆ। ਸਤ ਬਚਨ ਜੀ ਕਹਿ ਕੇ ਬਹਾਲ ਦਾਸ ਜੀ ਤੁਰ ਪਏ। ਸੇਮੇ ਪਹੁੰਚ ਗਏ। ਅਤਰ ਸਿੰਘ ਜੀ ਦਾ ਬੂਹਾ ਖੜਕਾਇਆ। ਬਾਬਾ ਜੀ ਯਾਦ ਕਰਦੇ ਹਨ, ਉਹਨਾਂ ਹੁਣੇ ਬੁਲਾਇਆ ਹੈ। ਅਤਰ ਸਿੰਘ ਨੇ ਪੁੱਛਿਆ, ਅੱਜ ਗਜਾ ਨਹੀਂ ਕੀਤਾ? ਬਹਾਲ ਦਾਸ ਕਹਿਣ ਲੱਗੇ, ਅੱਜ ਪਹਿਲਾਂ ਤੁਹਾਡੇ ਕੋਲ ਹੀ ਭੇਜਿਆ ਹੈ। ਅਤਰ ਸਿੰਘ ਨੇ ਆਉਣ ਸਮੇਂ ਇੱਕ ਵੱਡੇ ਬਰਤਨ ਵਿੱਚ ਦੁੱਧ ਪਾ ਲਿਆ, ਥੋੜ੍ਹਾ ਗੁੜ ਤੇ ਘਿਓ ਲੈ ਲਿਆ। ਇਹ ਤਿੰਨੇ ਚੀਜ਼ਾਂ ਲੈ ਕੇ ਬਾਬਾ ਜੀ ਕੋਲ ਪਹੁੰਚ ਗਿਆ ਤੇ ਨਮਸਕਾਰ ਕੀਤੀ। ਬਾਬਾ ਜੀ ਬਰਤਨ ਚੁੱਕ ਕੇ ਤੇ ਦੇਖ ਕੇ ਕਹਿਣ ਲੱਗੇ, ਇਹਨਾਂ ਵਿੱਚ ਕੀ ਹੈ ਅਤਰ ਸਿੰਘ? ਸਭ ਕੁਝ ਜਾਣਦੇ ਹੋਏ ਵੀ ਅਣਜਾਣ ਬਣ ਜਾਂਦੇ ਸਨ, ਦੁਨੀਆਦਾਰ ਨੂੰ ਭੁਲੇਖਾ ਪਾਉਣ ਲਈ, ਤਾਂ ਕਿ ਸਾਨੂੰ ਸਮਝ ਨਾ ਸਕੇ। ਉਸਨੇ ਕਿਹਾ, ਬਰਤਨਾਂ ਵਿੱਚ ਦੁੱਧ ਹੈ, ਬਾਕੀ ਗੁੜ ਤੇ ਘਿਓ ਹੈ। ਇਹ ਖੇਚਲ ਕਰਨ ਦੀ ਕੀ ਲੋੜ ਸੀ? ਬਚਨ ਕੀਤਾ, ਮਹਾਰਾਜ, ਸਭ ਆਪ ਦਾ ਹੀ ਹੈ, ਦੁੱਧ ਛਕ ਲਓ। ਠਹਿਰ ਜਾਓ ਕੁਝ ਸਮੇਂ ਲਈ, ਕੁਝ ਮਹਾਤਮਾ ਆ ਰਹੇ ਹਨ, ਪਹਿਲਾਂ ਇਹ ਜਗ੍ਹਾ ਸਾਫ਼ ਕਰ ਦਿਓ। ਬਾਬਾ ਜੀ ਦਾ ਬਚਨ ਸੁਣ ਕੇ ਬਹਾਲ ਦਾਸ ਜੀ ਤੇ ਅਤਰ ਸਿੰਘ ਜੀ ਥਾਂ ਸਾਫ਼ ਕਰਨ ਲੱਗ ਪਏ। ਸਫਾਈ ਹੋ ਜਾਣ ਤੋਂ ਥੋੜ੍ਹੀ ਹੀ ਦੇਰ ਬਾਅਦ ਦਾਸ ਸਾਧੂ ਭਗਵੇਂ ਭੇਸ ਅੰਦਰ ਬਾਬਾ ਜੀ ਕੋਲ ਆ ਪਹੁੰਚੇ। ਉਹਨਾਂ ਨੇ ਬਾਬਾ ਜੀ ਦੇ ਚਰਨ ਛੋਏ ਤੇ ਪਿੱਛੇ ਹੋ ਕੇ ਬੈਠ ਗਏ। ਬਾਬਾ ਜੀ ਨੇ ਜੀ ਆਇਆਂ ਕਿਹਾ ਤੇ ਬਹਾਲ ਦਾਸ ਜੀ ਨੂੰ ਹੁਕਮ ਦਿੱਤਾ, ਦੁੱਧ ਵਿੱਚ ਮਿੱਠਾ ਤੇ ਘਿਓ ਪਾ ਕੇ ਸੰਤਾਂ ਨੂੰ ਛਕਾ ਦਿਓ। ਅਤਰ ਸਿੰਘ ਤੇ ਬਹਾਲ ਦਾਸ ਜੀ ਨੇ ਦੁੱਧ ਬਰਤਨਾਂ ਵਿੱਚ ਪਾ ਕੇ ਸੰਤਾਂ ਅੱਗੇ ਰੱਖ ਦਿੱਤਾ। ਇਹ ਪੀਣ ਉਪਰੰਤ ਹੋਰ ਪਾ ਦਿੱਤਾ। ਸੰਤਾਂ ਨੂੰ ਰੱਜ ਕੇ ਦੁੱਧ ਛਕਾਇਆ।
ਹੋਰ ਵੀ ਸੰਗਤਾਂ ਰਸਤੇ ਤੋਂ ਲੰਘੀਆਂ, ਸਭ ਨੂੰ ਦੁੱਧ ਛਕਾਇਆ। ਸਾਧੂਆਂ ਵਿੱਚੋਂ ਇੱਕ ਨੇ ਦੂਸਰੇ ਵੱਲ ਦੇਖ ਕੇ ਜੋ ਕਿ ਇਸ਼ਾਰਾ ਕੀਤਾ, ਬਾਬਾ ਜੀ ਦੀਆਂ ਅੱਖਾਂ ਉੱਪਰ ਰੱਖੀ ਹੋਈ ਪੱਟੀ ਵੱਲ ਸੀ। ਬਾਬਾ ਜੀ ਝਟ ਸਮਝ ਗਏ। ਦਿਲਾਂ ਦੀਆਂ ਜਾਣਦੇ ਸਨ, ਅੰਦਰਲੀਆਂ ਬੁੱਝ ਲੈਂਦੇ ਸਨ। ਕਹਿਣ ਲੱਗੇ, ਇਸ਼ਾਰੇ ਕਿਉਂ ਕਰਦੇ ਹੋ? ਅੱਖਾਂ ਤੋਂ ਪੱਟੀ ਚੁੱਕੀਏ। ਉਹ ਸਾਧੂ ਨੇ ਹੱਥ ਜੋੜ ਦਿੱਤੇ ਅਤੇ ਬੇਨਤੀ ਕੀਤੀ, ਪਾਤਸ਼ਾਹ, ਜਿਸ ਰੰਗ ਵਿੱਚ ਹੋ ਠੀਕ ਹੈ, ਮੈਨੂੰ ਮਾਫ਼ ਕਰ ਦਿਓ। ਬਾਬਾ ਜੀ ਮੁਸਕਰਾ ਕੇ ਕਹਿਣ ਲੱਗੇ, ਅਸੀਂ ਤਾਂ ਤੁਹਾਡੇ ਮਨ ਦਾ ਸੰਕਲਪ ਪੂਰਾ ਕੀਤਾ ਹੈ। ਤੁਸੀਂ ਰਸਤੇ ਵਿੱਚ ਗੱਲਾਂ ਕਰਦੇ ਸੀ ਕਿ ਕਿਧਰੇ ਦੁੱਧ ਮਿਲ ਜਾਏ, ਦੂਸਰੇ ਨੇ ਕਿਹਾ ਸੀ ਮਿੱਠਾ ਪਾ ਕੇ ਮਿਲ ਜਾਵੇ, ਫਿਰ ਠੀਕ ਹੈ। ਤੀਜਾ ਕਹਿੰਦਾ ਸੀ ਘਿਓ ਵੀ ਪਾਇਆ ਹੋਵੇ। ਸੋ ਇਹ ਤਿੰਨੇ ਹੀ ਤੁਹਾਨੂੰ ਮਿਲ ਗਈਆਂ ਹਨ। ਤੁਸੀਂ ਰੱਜ ਕੇ ਸਭ ਕੁਝ ਛਕ ਲਿਆ ਹੈ, ਹੁਣ ਆਗਿਆ ਹੈ। ਫਿਰ ਬਹਾਲ ਦਾਸ ਜੀ ਨੇ ਹੁਕਮ ਦਿੱਤਾ, ਸਾਧੂਆਂ ਨੂੰ ਦੁੱਧ ਵਾਲਾ ਬਰਤਨ ਦਿਖਾ ਦੇਵੀਂ। ਜਿਸ ਵੇਲੇ ਸਾਧੂਆਂ ਨੇ ਬਰਤਨ ਵਿੱਚ ਝਾਤੀ ਮਾਰੀ ਤਾਂ ਦੁੱਧ ਉਤਨਾ ਹੀ ਪਿਆ ਸੀ। ਸੰਤ ਬਹਾਲ ਦਾਸ ਜੀ ਉਹਨਾਂ ਨੂੰ ਵਿਦਾਇਗੀ ਦੇਣ ਥੋੜ੍ਹੀ ਦੂਰ ਤੱਕ ਨਾਲ ਚੱਲ ਪਏ ਤੇ ਕਹਿਣ ਲੱਗੇ, ਦੇਖਿਆ ਸੰਤ ਜੀ, ਦੁੱਧ ਪਹਿਲਾਂ ਜਿੰਨਾ ਹੀ ਰਿਹਾ, ਇੱਥੇ ਤੋਟ ਨਹੀਂ, ਗੁਰੂ ਨਾਨਕ ਦਾ ਘਰ ਹੈ। ਸਾਧੂ ਤਾਂ ਪਹਿਲਾਂ ਹੀ ਬਰਤਨ ਦੇਖ ਕੇ ਅਚਰਜ ਸਨ। ਕਹਿਣ ਲੱਗੇ, ਬਹਾਲ ਦਾਸ ਜੀ, ਸੇਵਾ ਕਰਦੇ ਰਹੋ, ਤੁਹਾਡੇ ਗੁਰੂ ਸਮਰੱਥ ਹਨ ਅਤੇ ਤੁਹਾਡੇ ਉੱਪਰ ਪ੍ਰਸੰਨ ਹਨ, ਤੁਹਾਡੇ ਉੱਪਰ ਛੇਤੀ ਕਿਰਪਾ ਹੋਵੇਗੀ। ਬਹਾਲ ਦਾਸ ਜੀ ਥੋੜ੍ਹੀ ਦੂਰ ਜਾ ਕੇ ਸਤਿ ਸ੍ਰੀ ਅਕਾਲ ਬੁਲਾ ਕੇ ਮੁੜ ਆਏ। ਬਾਬਾ ਜੀ ਪੁੱਛਣ ਲੱਗੇ, ਬਹਾਲ ਦਾਸ, ਸਾਧੂ ਕੀ ਕਹਿੰਦੇ ਸਨ? ਉਹਨਾਂ ਕਿਹਾ, ਆਪ ਸਭ ਕੁਝ ਜਾਣਦੇ ਹੋ, ਮੈਂ ਕੀ ਦੱਸਾਂ ਸਤਿਗੁਰੂ। ਬਾਬਾ ਜੀ ਨੇ ਬਚਨ ਕੀਤਾ, ਜੋ ਕਹਿ ਗਏ ਹਨ ਠੀਕ ਹੈ। ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।